नमस्कार, मैं थोड़ा दोस्त ते होस्ट प्रगट सिंह राजियाना पंजाब 10 न्यूज़ टीवी विच तुहाडा स्वागत करते हाँ। दर्शकों, असीं तुहाडे लई तरह तरह की जानकारी तुहाडी वास्ते इदां दे लोकां नूं तुहाडे रूबरू करते रहने हैं जो मनुखता दा भला करते हैं, चाहे वो किसी रूप विच करते हैं, चाहे डॉक्टर होण, चाहे वो दवा जां कहंदे भी है दवाई ते जां दवा नाल भी अपनी दवा नाल भी ठीक करते हैं। तो अजिहे लोगों नूं असीं तुहाडे रूबरू अक्सर करते रहने हाँ। अज भी असीं लुधियाना के धांदरा रोड ते बैठे हैं जिथे बलजीत सिंह जी है। वो कई बीमारियों का इलाज है जिहड़े वो अपने बचनां राही करते हैं जां वो किद्दां करते हैं, किवें करते हैं। जिहड़ा वो कहंदे उन्हां दा दावा है कि असीं बिना दवाइयां तो बहुत सारियां जिहड़ियां बीमारियों का इलाज है जिहड़ा हैगा अपने बचनां राही कह लो या वो किस तरह करते हैं। ये सारियां गल्लां दा जवाब लैण लई आपां उन्हां नाल गलबात दा सिलसिला शुरू करते हैं बलजीत सिंह होरां नाल। जी बलजीत सिंह जी, पंजाब 10 न्यूज़ टीवी विच तुहाडा स्वागत है जी। शुक्रिया जी। मैं बलजीत सिंह, होलिस्टिक ग्रैंड मास्टर, लुधियाना शहीद भगत सिंह नगर धांदरा रोड। बलजीत सिंह जी, अक्सर असीं देखिਆ कि ਤੁਸੀਂ ਜਿਹੜੇ ਅੰਕੁਰ ਨਰੂਲਾ ਜਾਂ ਹੋਰ ਇੱਦਾਂ ਦੇ ਬਹੁਤ ਸਾਰੇ ਹੋਰਡਿੰਗ ਲੱਗੇ ਹੁੰਦੇ ਨੇ ਕਿ ਜਿਹੜਾ ਹੈਗਾ ਕ੍ਰਿਸਚਨ ਧਰਮ ਦੇ ਵਿੱਚ ਜਿਹੜੇ ਪਾਸਟਰ ਹੈ ਉਹ ਬਿਨਾਂ ਦਵਾਈਆਂ ਤੋਂ ਇਲਾਜ ਕਰਦੇ ਨੇ, ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਕਰਦੇ ਨੇ। ਮੋਗੇ ਵੱਲ ਵੀ ਜਾਂ ਜਲੰਧਰ 'ਚ ਵੀ ਜਾਂ ਹੋਰ ਕਿਤੇ ਕਈ ਥਾਵਾਂ 'ਤੇ ਵੱਡੇ ਵੱਡੇ ਸਤਸੰਗ ਵੀ ਹੁੰਦੇ ਨੇ। ਅਤੇ ਤੁਸੀਂ ਕੀ ਪਾਸਟਰ ਹੋ ਜਾਂ ਤੁਸੀਂ ਪਹਿਲਾਂ ਆਪਣੇ ਬਾਰੇ ਮੁੱਢਲੀ ਜਾਣਕਾਰੀ ਸਾਨੂੰ ਦਿਓ। ਦੇਖੋ ਜੀ, ਮੈਂ ਵੈਸੇ ਤਾਂ ਹੁਣ ਮੈਂ ਹੋਲਿਸਟਿਕ ਗ੍ਰੈਂਡ ਮਾਸਟਰ ਦੇ ਨੂੰ ਮੈਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰ ਰਿਹਾ। ਜਿਹੜਾ ਪਾਸਟਰ ਸ਼ਬਦ ਹੈ ਉਹ ਧਰਮ ਦੇ ਨਾਲ ਰਿਲੇਟ ਕਰਦਾ ਆ। ਜੇ ਅਸੀਂ ਕਿਸੇ ਗੁਰਦੁਆਰੇ 'ਚ ਜਾਵਾਂਗੇ ਤਾਂ ਅਸੀਂ ਉਸ ਨੂੰ ਇੱਕ ਗ੍ਰੰਥੀ ਦੇ ਨਾਂ ਦੇ ਨਾਲ ਜਾਂਚਾਂਗੇ। ਜੇ ਅਸੀਂ ਹਿੰਦੂਇਜ਼ਮ 'ਚ ਜਾਂਦੇ ਹਾਂ ਅਸੀਂ ਉਹਨੂੰ ਪੁਜਾਰੀ ਦੇ ਨਾਂ ਦੇ ਨਾਲ ਕਹਿੰਦੇ ਹਾਂ, ਜਾਂ ਅਸੀਂ ਜੇ ਕਿਸੇ ਮੁਸਲਿਮ ਧਰਮ 'ਚ ਜਾਂਦੇ ਹਾਂ ਅਸੀਂ ਉਹਨੂੰ ਮੌਲਵੀ ਦੇ ਨਾਮ ਦੇ ਨਾਲ ਜਾਣਦੇ ਹਾਂ। ਪਰ ਜਿਹੜੀ ਦੁਨੀਆ ਦੇ ਵਿੱਚ ਜੇ ਅਸੀਂ ਰੱਬ ਦੀ ਗੱਲ ਕਰਦੇ ਹਾਂ, ਉਹ ਰੱਬ ਹੈਗਾ ਕੀ ਆ? ਰੱਬ ਇੱਕ ਐਨਰਜੀ ਆ। ਸਾਰੇ ਹੀ ਜਗ੍ਹਾ ਦੇ ਉੱਤੇ ਇੱਕ ਐਨਰਜੀ ਕੰਮ ਕਰਦੀ ਹੈ। ਜੇ ਮੈਂ ਬੋਲ ਰਿਹਾ ਤੇ ਤੁਸੀਂ ਸੁਣ ਰਹੇ ਹੋ ਤੇ ਇਹ ਇੱਕ ਐਨਰਜੀ ਵਰਕ ਕਰਦੀ ਪਈ ਆ। ਮੈਂ ਉਹੀ ਐਨਰਜੀ ਨੂੰ ਮੈਂ ਕਿਸੇ ਧਰਮ ਦੇ ਨਾਲ ਰਿਲੇਟ ਨਹੀਂ ਕਰਦਾ, ਉਸ ਨੂੰ ਮੈਂ ਹੋਲੀ ਸਪਿਰਿਟ ਦਾ ਨਾਮ ਦੇਣਾ, ਤੇ ਇਸ ਕਰਕੇ ਮੈਂ ਆਪਣੇ ਆਪ ਨੂੰ ਹੋਲਿਸਟਿਕ ਗ੍ਰੈਂਡ ਮਾਸਟਰ ਦਾ ਨਾਮ ਦਿੱਤਾ ਹੈ ਆਪਣੇ ਆਪ ਨੂੰ, ਜਿਹੜਾ ਕਿ ਉਹ ਕਿਸੇ ਵੀ ਧਰਮ ਦੇ ਨਾਲ ਰਿਲੇਟ ਨਹੀਂ ਕਰਦਾ। ਤੇ ਇਸ ਕਰਕੇ ਮੈਂ એનર્ਜੀ ਦੇ ਨਾਲ ਹੀ ਇਲਾਜ ਕਰਦਾ ਸਾਰਿਆਂ ਦਾ, ਹੋਲੀ ਸਪਿਰਿਟ ਦੇ ਨਾਲ, ਯਿਸੂ ਮਸੀਹ ਦੀ ਹੋਲੀ ਸਪਿਰਿਟ ਦੇ ਨਾਲ ਇਲਾਜ ਕਰਦਾ। ਸਾਡੇ ਦਰਸ਼ਕਾਂ ਨੂੰ ਪੰਜਾਬੀ ਵਿੱਚ ਵੀ ਦੱਸ ਦਿਓ ਹੋਲਿਸਟਿਕ ਕਿਸ ਨੂੰ ਕਿਹਾ ਜਾਂਦਾ ਜਾਂ ਜਿਹੜੀ ਭਾਸ਼ਾ ਵਿੱਚ ਹੋ ਸਕਦਾ ਮੇਰੇ ਕੋਲ ਇਹ ਸ਼ਬਦ ਸਹੀ ਨਾ ਕਿਹਾ ਗਿਆ ਹੋਵੇ, ਹੈ ਨਾ, ਤੇ ਉਹਦੇ ਬਾਰੇ ਪੰਜਾਬੀ 'ਚ ਵੀ ਸਾਡੇ ਦਰਸ਼ਕਾਂ ਨੂੰ ਥੋੜ੍ਹਾ ਜਿਹਾ ਕਲੀਅਰ ਕਰਕੇ ਦੱਸੋ। ਦੇਖੋ ਜੀ, ਜਿਹੜਾ ਹੋਲਿਸਟਿਕ ਸ਼ਬਦ ਹੈ ਇਹਨੂੰ ਪੰਜਾਬੀ ਦੇ ਵਿੱਚ ਰੂਪਾਂਤਰਨ ਕਰੀਏ ਤਾਂ ਇਹਦਾ ਜਿਹੜਾ ਮੀਨਿੰਗ ਹੈ ਉਹ ਸੰਪੂਰਨ ਹੈ। ਗ੍ਰੈਂਡ ਦਾ ਮਤਲਬ ਤੁਸੀਂ ਆਪ ਜਾਣਦੇ ਹੋ, ਅਦਭੁਤ, ਤੇ ਮਾਸਟਰ ਦਾ ਮਤਲਬ ਮਾਸਟਰ ਮੀਨਸ ਜਿਹੜਾ ਮਾਸਟਰ ਹੈ ਉਹ ਅਦਭੁਤ ਪਾਵਰਸ ਦੇ ਨਾਲ, ਅਦਭੁਤ ਸੰਪੂਰਨਤਾ ਦੀ ਸ਼ਕਤੀ ਦੇ ਨਾਲ ਜਾਂ ਇੱਕ ਐਨਰਜੀ ਦੇ ਨਾਲ ਉਹ ਆਪਣਾ ਇਲਾਜ ਕਰਦਾ। ਇਹਦਾ ਮਤਲਬ ਇਹੀ ਹੈ, ਹੋਲਿਸਟਿਕ ਗ੍ਰੈਂਡ ਮਾਸਟਰ ਦਾ ਮਤਲਬ ਇਹੀ ਹੈ ਕਿ ਅਦਭੁਤ ਰੱਬ ਦੀ ਸ਼ਕਤੀ ਦੇ ਨਾਲ ਜਾਂ ਰੱਬ ਦੀ ਐਨਰਜੀ ਦੇ ਨਾਲ, ਪਰਮਾਤਮਾ ਦੀ ਐਨਰਜੀ ਦੇ ਨਾਲ ਜਿਹੜਾ ਉਹ ਕੰਮ ਕਰਦਾ ਆ, ਡਿਜ਼ੀਜ਼ ਠੀਕ ਕਰਦਾ ਆ, ਜਾਂ ਹੋਰ ਕਿਸੇ ਕਿਸਮ ਦਾ ਕੋਈ ਆਪਣੀ ਲਾਈਫ ਦੇ ਵਿੱਚ, ਜੀਵਨ ਦੇ ਵਿੱਚ ਉਤਰਾਅ ਚੜ੍ਹਾਅ ਆਉਂਦੇ ਆ ਉਸ ਨੂੰ ਠੀਕ ਕਰਦਾ ਆ। ਅਤੇ ਜਿਵੇਂ ਐਸਟਰੋਲੋਜੀਕਲ ਕੇਸ ਕਈ ਆਉਂਦੇ ਆ ਉਹਨਾਂ ਨੂੰ, ਕਿਉਂਕਿ ਐਸਟਰੋਲੋਜੀ ਜਿਹੜੀ ਹੈਗੀ ਅਸੀਂ ਮੰਨਦੇ ਹਾਂ ਕਿ ਇਹ ਇੱਕ ਨਿਰਾ ਕਈ ਵਾਰੀ ਸਾਡੇ ਸੋਚਣ ਦੇ ਵਿੱਚ ਆਉਂਦਾ ਵਾ। ਲੋਕ ਸੋਚਦੇ ਨੇ ਕਿ ਇੱਕ ਵਹਿਮ ਹੈ, ਇਹ ਵਹਿਮ ਨਹੀਂ ਹੈ, ਇੱਕ ਸਾਇੰਸ ਹੈ ਵੀ, ਲੇਕਿਨ ਕਈ ਵਾਰੀ ਇਹਦੇ ਵਿੱਚ ਸਾਨੂੰ ਹੱਲ ਨਹੀਂ ਮਿਲਦੇ। ਅਤੇ ਜਿਹੜੇ ਹੱਲ ਹੁੰਦੇ ਆ ਉਹ ਜਦੋਂ ਸੰਪੂਰਨ ਐਨਰਜੀ ਦੇ ਨਾਲ ਜਦੋਂ ਅਸੀਂ ਜੁੜਦੇ ਹਾਂ, ਜਿਹਨੂੰ ਅੱਜ ਦੀ ਡੇਟ ਦਾ ਜਿਹੜਾ ਇਹਦਾ ਸ਼ਬਦ ਆ ਉਹ ਮਹਾ ਅਭਿਸ਼ੇਕ ਸ਼ਬਦ ਰੱਬ ਨੇ ਦਿੱਤਾ ਹੋਇਆ, ਜਿਹੜੇ ਕਿ ਇੱਥੇ ਸਾਡੇ ਲੁਧਿਆਣਾ ਕੀ ਇਹਦਾ ਨਾਂ ਹੈਗਾ ਜਲੰਧਰ ਦੇ ਵਿੱਚ ਸੰਤ ਫੈਰਸ ਮਸੀਹ ਨੇ, ਪਾਸਟਰ ਫੈਰਸ ਮਸੀਹ ਤੋਂ ਉਹ ਸੰਤ ਫੈਰਸ ਮਸੀਹ ਬਣੇ ਨੇ, ਔਰ ਰਾਸ਼ਟਰੀ ਮਸੀਹ ਸੰਘ ਉਹ ਚਲਾ ਰਹੇ ਨੇ, ਆਰਗੇਨਾਈਜੇਸ਼ਨ ਉਹਨਾਂ ਦੀ ਚੱਲਦੀ ਹੈ, ਲੇਕਿਨ ਉਹਨਾਂ ਨੇ ਆਪਣੀ ਉਸ ਚੀਜ਼ ਨੂੰ ਆਰਗੇਨਾਈਜੇਸ਼ਨ ਦਾ ਨਾਮ ਨਹੀਂ ਦਿੰਦੇ। ਮੈਂ ਹੋ ਸਕਦਾ ਮੈਂ ਗਲਤ ਕਹਿ ਰਿਹਾ ਹੋਵਾਂ, ਆਰਗੇਨਾਈਜੇਸ਼ਨ
ਸ਼ਬਦ ਮੈਂ ਜਿਹੜਾ ਯੂਜ਼ ਕੀਤਾ ਵਾ ਉਹ ਉਹਨਾਂ ਦੀ ਭਾਸ਼ਾ ਦੇ ਵਿੱਚ ਜਾਂ ਮੈਂ ਗਲਤ ਉਸ ਨੂੰ ਯੂਜ਼ ਕੀਤਾ ਆ, ਲੇਕਿਨ ਉਹ ਇਸ ਮਿਸ਼ਨ ਨੂੰ ਚਲਾ ਰਹੇ ਨੇ। ਮੈਂ ਇਹ ਚੀਜ਼ ਜਿਹੜੀ ਅਨੋਇੰਟਿੰਗ ਜਿਹਨੂੰ ਅਸੀਂ ਕਹਿੰਦੇ ਆ ਜਾਂ ਮਹਾ ਅਭਿਸ਼ੇਕ ਕਹਿੰਦੇ ਆ, ਮੈਂ ਉਹਨਾਂ ਤੋਂ ਲਿਆ ਆ। ਉਹ ਅੱਜ ਦੀ ਡੇਟ ਦੇ ਵਿੱਚ ਜਿਹੜਾ ਮਹਾ ਅਭਿਸ਼ੇਕ ਦੇ ਨਾਲ ਆਪਣੇ ਆਪ ਨੂੰ ਹੀਲ ਕਰਦਾ ਜਾਂ ਕਰਵਾਉਂਦਾ ਵਾ, ਜੋ ਉਹਦੀ ਚੈਂਟਿੰਗ ਕਰਦਾ ਆ ਯਿਸੂ ਦੇ ਨਾਮ ਦੇ ਵਿੱਚ, ਉਹ ਉਸੇ ਟਾਈਮ ਹੀ ਉਸੇ ਸਮੇਂ ਹੀ ਉਸ ਨੂੰ ਜਿਹੜੀ ਅਨੁਭਵਤਾ ਆ ਉਹ એનર્ਜੀ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਤੁਸੀਂ, ਮੈਂ ਤੁਹਾਡਾ ਵਿਜ਼ਿਟਿੰਗ ਕਾਰਡ ਪੜ੍ਹਿਆ ਸੀ ਜਾਂ ਮੈਂ ਲੋਕਾਂ ਤੋਂ ਸੁਣਿਆ ਵੀ ਸੀ ਵੀ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਆ ਬਿਨਾਂ ਕੋਈ ਟ੍ਰੀਟਮੈਂਟ ਦਿੱਤਿਆਂ ਕਰਦੇ ਹੋ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਜਾਂ ਕਿੰਨੇ ਕੁ ਤੁਸੀਂ ਹੁਣ ਤੱਕ ਪ੍ਰੈਕਟੀਕਲ ਕਰ ਚੁੱਕੇ ਹੋ ਅਤੇ ਕਿੰਨਾ ਕੁ ਜਿਹੜਾ ਹੈਗਾ ਲੋਕਾਂ ਨੂੰ ਤੁਹਾਡੇ ਥਰੂ ਬਿਮਾਰੀਆਂ ਤੋਂ ਰਿਲੈਕਸ ਮਿਲ ਚੁੱਕਿਆ? ਜੀ ਮੈਂ ਸਭ ਤੋਂ ਵੈਸੇ ਤਾਂ ਮੈਂ 40 ਸਾਲ ਤੋਂ ਨਿਰੰਕਾਰੀ ਮਿਸ਼ਨ ਦੇ ਨਾਲ ਜੁੜਿਆ ਰਿਹਾ। ਹੁਣ ਮੈਂ ਉਹ ਛੱਡ ਚੁੱਕਿਆ। ਉਹਦੇ ਬਹੁਤ ਸਾਰੇ ਕਾਰਨ ਸੀ, ਉਹ ਫਿਰ ਕਿਸੇ ਟਾਈਮ ਆਪਾਂ ਉਸ ਨੂੰ ਡਿਸਕਸ ਕਰ ਸਕਦੇ ਹਾਂ। ਫਿਰ ਉਹਦੇ ਮਿਸ਼ਨ ਦੇ ਵਿੱਚ ਰਹਿਣ ਦੇ ਨਾਲ ਮੈਂ 2002 ਦੇ ਵਿੱਚ ਸਭ ਤੋਂ ਪਹਿਲਾਂ ਰੇਕੀ ਨੂੰ ਮੈਂ ਗ੍ਰਹਿਣ ਕੀਤਾ, ਉਹਦੀ ਅਟਿਊਨਮੈਂਟਸ ਲਈਆਂ, ਉਹਦਾ ਗ੍ਰੈਂਡ ਮਾਸਟਰ ਬਣਿਆ। ਹੋਰ ਉਸ ਤੋਂ ਇਲਾਵਾ ਘੱਟੋ ਘੱਟ ਮੈਂ 2000 ਤਰ੍ਹਾਂ ਦੀਆਂ એનર્ਜੀਸ ਨੂੰ ਜਾਣਦਾ ਸੀ। ਉਹ ਹਰੇਕ ਦਾ ਮੈਂ ਗ੍ਰੈਂਡ ਮਾਸਟਰ ਬਣਿਆ ਰਿਹਾ। ਪਰ ਉਹਦੇ ਵਿੱਚ ਮੈਨੂੰ ਇੱਕ ਸੈਟਬੈਕ ਇਹ ਆ ਰਹੀ ਸੀ ਕਿ ਮੈਨੂੰ ਜਿਹੜੀ ਉਹਦੀ ਨੈਗੇਟਿਵਿਟੀ ਸੀ ਉਹ ਬੈਕ ਮਾਰ ਜਾਂਦੀ ਸੀ। ਮੇਰੀ ਫੈਮਿਲੀ ਨੂੰ ਡਿਸਟਰਬ ਕਰਦੀ ਸੀ, ਮੈਨੂੰ ਡਿਸਟਰਬ ਕਰਦੀ ਸੀ। ਕੁਝ ਚੀਜ਼ਾਂ ਜਿਹੜੀਆਂ ਹੈਗੀਆਂ ਸੀ ਉਹਦੇ ਵਿੱਚ ਉਹਨਾਂ ਦਾ ਮੇਰੇ ਕੋਲ ਹੱਲ ਨਹੀਂ ਸੀ ਹੋ ਰਿਹਾ, ਲੇਕਿਨ ਮੈਂ ਉਸ ਤੋਂ ਮੈਨੂੰ ਇੰਨਾ ਜ਼ਰੂਰ ਲੱਗ ਰਿਹਾ ਸੀ ਕਿ ਇਸ ਤੋਂ ਵੱਡੀ એનર્ਜੀ ਹੋਰ ਹੈਗੀ ਆ। ਮੈਂ ਉਹਦੀ ਭਾਲ ਦੇ ਵਿੱਚ ਸੀ। ਤੇ 1 ਜਨਵਰੀ 2020 ਨੂੰ ਮੈਂ ਇੱਧਰੋਂ, ਚਲੋ ਉਹ ਹੁਣ ਅਸੀਂ ਕੋਈ ਵੀ ਸੋਚ ਸਕਦਾ ਉਸ ਨੂੰ ਕਿ ਇਹ ਧਰਮ ਇਹਨੇ ਚੇਂਜ ਕਰ ਲਿਆ ਜਾਂ ਕੁਛ ਚੇਂਜ ਕੀਤਾ ਆ, ਲੇਕਿਨ ਮੈਂ ਉਹ ਧਰਮ ਚੇਂਜ ਦੀ ਗੱਲ ਨਹੀਂ ਕਰਦਾ, ਮੈਂ એનર્ਜੀ ਚੇਂਜ ਦੀ ਗੱਲ ਕਰਦਾ ਆ। ਮੈਂ ਆਪਣੀ એનર્ਜੀ ਨੂੰ ਚੇਂਜ ਕੀਤਾ। ਮੈਂ ਬੈਪਟਿਜ਼ਮ ਲਿਆ। ਜਦੋਂ ਮੈਂ ਬੈਪਟਿਜ਼ਮ ਲਿਆ ਤਾਂ ਉਸ ਤੋਂ ਇੱਕ ਦਿਨ ਪਹਿਲਾਂ 12 ਲੱਖ ਦੀਆਂ ਮੈਂ ਆਪਣੀਆਂ ਬੁੱਕਸ ਸਾੜਤੀਆਂ ਇੱਕੋ ਵਾਰੀ ਦੇ ਵਿੱਚ। ਤੇ ਅਗਲੇ ਹੀ ਦਿਨ ਜਦੋਂ ਮੈਂ ਉੱਠਿਆ ਸਵੇਰ 31 ਦਸੰਬਰ ਨੂੰ 30 ਦਸੰਬਰ ਨੂੰ ਮੈਂ ਬੁੱਕਸ ਸਾੜੀਆਂ ਆਪਣੀਆਂ ਰਾਤ ਨੂੰ ਬੈਠ ਕੇ। ਮੇਰੇ ਅੰਦਰੋਂ ਇਹ ਹੋਇਆ, ਅਨੁਭਵ ਹੋਇਆ ਕਿ ਮੈਂ ਇਸ ਨੂੰ ਸਾੜ ਦਿਆਂ, ਕਿਉਂਕਿ ਮੇਰਾ ਕੋਈ ਅੱਗੇ ਕੰਮ ਨਹੀਂ ਵੱਧ ਰਿਹਾ। ਲੇਕਿਨ ਉਸ ਤੋਂ ਪਹਿਲਾਂ ਮੈਂ ਕ੍ਰਿਸਚੀਅਨਿਟੀ ਦੇ ਵਿੱਚ ਜਿਹੜੇ ਇਹਨਾਂ ਦੇ ਕਲੀਸਿਆ ਦੇ ਵਿੱਚ ਮੈਂ ਜਾਣਾ ਸ਼ੁਰੂ ਕੀਤਾ ਤੇ ਕੁਝ ਮੈਂ ਦੇਖਿਆ ਕਿ ਇਹ ਕੀ ਹੈਗਾ। ਉੱਥੋਂ ਮੈਨੂੰ ਇੱਕ ਵੱਖਰੀ એનર્ਜੀ ਦਾ ਅਨੁਭਵ ਹੋਇਆ, ਜਿਹੜਾ ਕਿ ਮੈਂ ਉਸ ਨੂੰ ਧਰਮ ਦੇ ਨਾਲ ਉਹਨੂੰ ਮੈਂ ਯੂਜ਼ ਨਹੀਂ ਕਰਨਾ ਚਾਹੁੰਦਾ। ਮੈਂ ਧਰਮ ਦਾ ਉਹਨੂੰ ਨਾਂ ਨਹੀਂ ਦੇਣਾ ਚਾਹੁੰਦਾ, ਸਿਰਫ ਮੈਂ ਉਸ ਨੂੰ ਇੱਕ એનર્ਜੀ ਤਬਦੀਲ ਦਾ ਨਾਂ ਦੇਣਾ ਚਾਹੁੰਦਾ, ਜਿਹਦੇ ਕਰਕੇ ਸਾਡੇ ਅੰਦਰ ਇਹ ਵਿਚਾਰ ਪੈਦਾ ਹੋ ਜਾਂਦੇ ਆ ਕਿ ਇਹ ਬੰਦਾ ਇਹਨੇ ਆਪਣਾ ਧਰਮ ਚੇਂਜ ਕਰ ਲਿਆ, ਕ੍ਰਿਸਚਨ ਬਣ ਗਿਆ ਜਾਂ ਕੁਛ। ਜਿੱਦਾਂ ਮੈਂ ਪਹਿਲਾਂ ਨਿਰੰਕਾਰੀ ਮਿਸ਼ਨ ਦੇ ਵਿੱਚ ਸੀ, ਨਿਰੰਕਾਰੀ ਬਣ ਗਿਆ। ਉੱਥੇ ਰੱਬ ਦਿਖਾਇਆ ਜਾਂਦਾ ਸੀ, ਪਰ ਜਿਹੜਾ ਰੱਬ ਨੂੰ ਦੇਖਣਾ ਬਹੁਤ ਵੱਡੀ ਗੱਲ ਹੈ, ਚੰਗੀ ਗੱਲ ਹੈ। ਰੱਬ ਦਿਖਾ ਦਿੱਤਾ, ਪਰ ਰੱਬ ਦੇਖਣ ਦੇ ਨਾਲ ਮੇਰਾ ਪੇਟ ਨਹੀਂ ਭਰਦਾ ਜਦ ਤੱਕ ਉਹਨੂੰ ਮੈਂ ਪਾਇਆ ਨਹੀਂ, ਜਦ ਤੱਕ ਉਹਨੂੰ ਮੈਂ ਆਪਣਾ ਕੰਮ ਨਹੀਂ ਕਿਹਾ ਕਿ ਮੇਰਾ ਕੰਮ ਇਹ ਕਰ। ਉਹ ਜਿਹੜਾ ਢੰਗ ਆ ਕੰਮ ਕਰਨ ਦਾ, ਕੰਮ ਕਰਵਾਉਣ ਦਾ ਰੱਬ ਤੋਂ, ਉਹ ਮੈਨੂੰ ਇਸ ਜਗ੍ਹਾ ਦੇ ਉੱਤੇ ਆ ਕੇ ਬੈਪਟਿਜ਼ਮ ਲੈ ਕੇ ਮਿਲਿਆ। ਉੱਥੋਂ ਫਿਰ ਮੈਨੂੰ ਇੱਥੋਂ ਪਤਾ ਲੱਗਿਆ ਕਿ ਜਿਹੜੀ ਇਹ ਇੱਕ ਪਿਓਰੀਫਾਈ, ਜਿਹੜੇ ਕਿ ਰੇਕੀ ਜਦੋਂ ਮੈਂ ਸਿੱਖੀ, ਉਹਦਾ ਗ੍ਰੈਂਡ ਮਾਸਟਰ ਬਣਿਆ। ਉਹਦੇ ਵਿੱਚ ਇੱਕ ਮਤਲਬ ਸਟੈਂਜ਼ਾ ਆਉਂਦਾ ਵਾ ਵੀ ਜਦੋਂ ਡਾਕਟਰ ਮਕਾਓ ਯੂਸੂਈ ਨੂੰ ਕਿਸੇ ਨੇ ਕਿਉਂਕਿ ਉਹ ਪ੍ਰੋਫੈਸਰ ਰਿਹਾ ਜਾਪਾਨ ਦਾ ਯੂਨੀਵਰਸਿਟੀ ਦੇ ਵਿੱਚ, ਤੇ ਉਹਨੂੰ ਕਿਸੇ ਨੇ ਆਪਣਾ ਇੱਕ ਕੁਐਸਚਨ ਕੀਤਾ ਸੀ ਕਿ ਕੋਈ ਯਿਸੂ ਮਸੀਹ ਨੇ ਕਿਹਾ ਸੀ ਕੋਈ ਇੱਕ ਦਿਨ ਆਊਗਾ ਕਿ ਲੋਕ ਹੱਥ ਲਾਉਣ ਦੇ ਨਾਲ ਚੰਗੇ ਕੀਤੇ ਜਾਣਗੇ। ਤੇ ਉਹ ਜਿਹੜੀ ਚੀਜ਼ ਸੀ, ਕਿਉਂਕਿ ਉਹਨੂੰ ਜਾਣਾ ਚਾਹੀਦਾ ਸੀ ਅਮਰੀਕਾ ਵੱਲ, ਤੇ ਉਹ ਇੰਡੀਆ ਵੱਲ ਆ ਗਿਆ। ਇੰਡੀਆ ਜਦੋਂ ਆਇਆ, ਉਸਨੇ 8 ਸਾਲ ਇੰਡੀਆ ਜਦੋਂ ਰਿਹਾ ਉਹ ਇੰਡੀਆ ਦੇ ਵਿੱਚ, ਤੇ ਉਹਨੂੰ ਇੱਕ એનર્ਜੀ ਮਿਲੀ। ਬੁੱਧਿਜ਼ਮ ਜਦੋਂ ਉਹਨੇ ਸਟੱਡੀ ਕੀਤਾ, ਕੁਛ ਨਹੀਂ ਉਹਨੂੰ ਮਿਲਿਆ। ਫਿਰ ਬੁੱਧਿਜ਼ਮ ਉਹਨੇ ਸਟੱਡੀ ਕੀਤਾ, ਉੱਥੋਂ ਉਹਨੂੰ ਇੱਕ ਮੈਡੀਟੇਸ਼ਨ ਮਿਲੀ। ਮੈਡੀਟੇਸ਼ਨ ਉਹਨੇ ਜਾ ਕੇ ਆਪਣੇ ਕੀਰੋਯਾਮਾ ਪਰਬਤ, ਵਾਪਸ ਜਾਪਾਨ ਜਾ ਕੇ ਕੀਰੋਯਾਮਾ ਪਰਬਤ 'ਤੇ ਜਾ ਕੇ ਉਹਨੇ 21 ਦਿਨ ਦੀ ਮੈਡੀਟੇਸ਼ਨ ਕੀਤੀ। ਉਸ ਨੂੰ ਫਿਰ ਇੱਕ ਬਹੁਤ ਵੱਡੀ ਪਾਵਰ ਮਿਲੀ। ਉਹ ਜਿਹੜੀ ਬਹੁਤ ਵੱਡੀ ਪਾਵਰ ਮਿਲੀ, ਉਸਨੇ ਉਸ ਨੂੰ ਰੇਕੀ ਦਾ ਨਾਮ ਦਿੱਤਾ। ਉੱਥੋਂ ਇਹ ਰੇਕੀ ਚੱਲਣ ਲੱਗੀ। 1890 ਜਾਂ ਉਸ ਤੋਂ ਪਹਿਲਾਂ ਦੀ ਇਹ ਗੱਲ ਹੈ ਇਹ। ਤੇ ਜਦੋਂ ਇਹ ਚੱਲਣ ਲੱਗੀ ਤੇ ਦੁਨੀਆ ਦੇ ਵਿੱਚ ਹੌਲੀ ਹੌਲੀ ਕਰਕੇ ਪ੍ਰਚਲਿਤ ਹੋ ਗਈ। ਇੰਡੀਆ ਦੇ ਵਿੱਚ ਹੋਈ, ਪੂਰੇ ਵਰਲਡ ਦੇ ਵਿੱਚ ਪ੍ਰਚਲਿਤ ਹੋ ਗਈ। ਇਹ ਮੈਂ ਵੀ ਸਿੱਖੀ। ਫਿਰ ਇਹਦੇ ਵਿੱਚ ਜੋ ਮੈਂ ਮਹਿਸੂਸ ਕੀਤਾ ਕਿ ਠੀਕ ਹੈ, ਹੀਲਿੰਗਸ ਹੁੰਦੀਆਂ ਸੀ, ਰਿਜ਼ਲਟ ਮਿਲਦੇ ਸੀ, ਪਰ ਜਿਹੜੀ ਨੈਗੇਟਿਵਿਟੀ ਕ੍ਰੀਏਟ ਹੁੰਦੀ ਸੀ, ਜਿਸ ਨੂੰ ਅਸੀਂ ਕਈ ਵਾਰੀ ਭੂਤ ਪ੍ਰੇਤ ਵੀ ਕਹਿ ਦਿੰਦੇ ਹਾਂ, ਕਈ ਵਾਰੀ ਕੀਤਾ ਕਰਾਇਆ ਵੀ ਕਹਿ ਦਿੰਦੇ ਹਾਂ, ਕੁਛ ਕਰਮ ਕਾਂਡ ਵੀ ਕਹਿ ਦਿੰਦੇ ਹਾਂ, ਉਹਨਾਂ ਦਾ ਹੱਲ ਜਿਹੜਾ ਹੈਗਾ ਵਾ ਉਹ ਪ੍ਰੋਪਰ ਨਹੀਂ ਸੀ ਮਿਲ ਰਿਹਾ।
ਜਾਂ ਕਹਿ ਲਓ ਦੂਜੇ ਸ਼ਬਦਾਂ ਦੇ ਵਿੱਚ ਜਿਹੜੀ ਉਹ ਨੈਗੇਟਿਵਿਟੀ ਬੈਕ ਮਾਰ ਜਾਂਦੀ ਸੀ, ਜਿਹਦੇ ਨਾਲ ਘਰ ਦੇ ਵਿੱਚ ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਊਗਾ, ਸਿਆਣਿਆਂ ਨੂੰ ਦੇਖਿਆ ਹੋਊਗਾ, ਉਹਨਾਂ ਦੇ ਘਰ ਨਹੀਂ ਵਸਦੇ, ਜਾਂ ਜਿਹੜੇ ਵਸੇ ਹੋਏ ਹੁੰਦੇ ਆ ਉਹ ਉੱਜੜ ਜਾਂਦੇ ਨੇ। ਉਹਦਾ ਕਾਰਨ ਸਿਰਫ ਇੰਨਾ ਹੀ ਹੈ ਕਿ ਬੈਕ ਨੈਗੇਟਿਵਿਟੀ ਜਿਹੜੀ ਵੱਜੀ ਹੈ, ਪਿੱਛੇ ਵਾਪਸ ਆਈ ਹੈ, ਉਹਨੇ ਉਹ ਘਰ ਤਬਾਹ ਕਰਕੇ ਰੱਖ ਦਿੱਤਾ। ਉਹਨਾਂ ਨੂੰ ਉਸ ਐਜੂਕੇਸ਼ਨ ਦੇ ਵਿੱਚ ਜਾਂ ਉਸ ਸਿੱਖਿਆ ਦੇ ਵਿੱਚ ਮੈਂ ਤਾਂ ਅੱਜ ਤੱਕ ਦੇਖੀ ਨਹੀਂ ਕਿ ਉਹਦੇ ਵਿੱਚ ਕੋਈ ਉਸ ਨੈਗੇਟਿਵਿਟੀ ਨੂੰ ਹੱਲ ਉਹਦਾ ਕੀਤਾ ਜਾ ਸਕਦਾ। ਲੇਕਿਨ ਜਦੋਂ ਮੈਂ ਇਸ ਐਨਰਜੀ ਨੂੰ ਅਡਾਪਟ ਕੀਤਾ ਮਹਾਅਭਿਸ਼ੇਕ ਦੇ ਦੁਆਰਾ ਜਾਂ ਬੈਪਟਿਜ਼ਮ ਦੇ ਦੁਆਰਾ, ਜਿਹੜੀ ਯਿਸੂ ਮਸੀਹ ਦੀ ਹੋਲੀ ਸਪਿਰਿਟ ਮੀਨਸ ਪਵਿੱਤਰ ਆਤਮਾ ਦੇ ਦੁਆਰਾ, ਜਦੋਂ ਮੈਂ ਇਹਦੇ ਵਿੱਚ ਆਇਆ, ਇਸ ਨੂੰ ਮੈਂ ਓਬਜ਼ਰਵ ਕੀਤਾ, ਇਸ ਦੇ ਉੱਤੇ ਮੈਂ ਕੰਮ ਕੀਤਾ, ਤੇ ਮੇਰੇ ਆਪਣੇ ਘਰ ਦੇ ਵਿੱਚ ਜਿਹੜੀਆਂ ਪਰੇਸ਼ਾਨੀਆਂ ਸੀ ਉਹ ਬਿਲਕੁਲ ਠੀਕ ਹੋ ਚੁੱਕੀਆਂ ਨੇ। ਤੇ ਮੈਂ ਪਹਿਲਾਂ ਵੀ ਮੈਂ ਹੀਲਿੰਗ ਦੇ ਨਾਲ, ਰੇਕੀ ਦੇ ਨਾਲ ਇਲਾਜ ਕਰਦਾ ਸੀ। ਹੁਣ ਮੈਂ ਪ੍ਰੋਸੈਸ ਉਹੀ ਆ, ਲੇਕਿਨ એનર્ਜੀ ਨੂੰ ਮੈਂ ਚੇਂਜ ਕੀਤਾ ਆ। ਟੈਕਨੀਕ ਉਹੀ ਆ, ਹੀਲਿੰਗ ਕਰਨ ਦਾ ਰਸਤਾ ਉਹੀ ਆ, ਲੇਕਿਨ ਜਿਹੜੀ એનર્ਜੀ ਆ ਉਹ ਚੇਂਜ ਕੀਤੀ ਗਈ ਆ। ਉਹ ਕਿਉਂ? ਉਹਦੇ ਵਿੱਚ ਜਿਹੜੀ ਹੋਲੀ ਸਪਿਰਿਟ ਹੈ, ਉਹ ਪਵਿੱਤਰ ਆਤਮਾ, ਜਿਹੜੀ ਯਿਸੂ ਮਸੀਹ ਦੀ ਪਵਿੱਤਰ ਆਤਮਾ, ਕਿਉਂਕਿ ਉਸ ਨੂੰ ਅਸੀਂ ਪਵਿੱਤਰ ਬੰਦਾ ਮੰਨਦੇ ਹਾਂ, ਪਵਿੱਤਰ ਸੰਤ ਮੰਨਦੇ ਹਾਂ, ਠੀਕ ਹੈ ਜੀ। ਕਿਉਂਕਿ ਉਹ ਜਿਹੜਾ ਪੈਦਾ ਹੋਇਆ ਵਾ, ਉਹ ਮਰਦ ਤੇ ਇਸਤਰੀ ਦੇ ਸੰਗ ਤੋਂ ਨਹੀਂ ਪੈਦਾ ਹੋਇਆ, ਉਹ ਡਾਇਰੈਕਟ ਪਰਮਾਤਮਾ ਦੀ એનર્ਜੀ ਤੋਂ ਪੈਦਾ ਹੋਇਆ, ਪਰਮਾਤਮਾ ਦੇ ਪਵਿੱਤਰ ਆਤਮਾ ਤੋਂ ਪੈਦਾ ਹੋਇਆ। ਇਸ ਕਰਕੇ ਫਿਰ ਜਦੋਂ ਉਹ ਪੈਦਾ ਹੋਇਆ ਦੁਨੀਆ ਦੇ ਵਿੱਚ, ਉਹਨੇ ਆਪਣੇ ਜਦੋਂ ਕੰਮ ਕੀਤੇ 33 ਸਾਲ ਦੀ ਉਮਰ ਦੇ ਵਿੱਚ, ਮੇਰੇ ਖਿਆਲ ਉਹ ਸ਼ਾਇਦ ਮੈਂ ਗਲਤ ਹੋ ਸਕਦਾ, ਮੈਂ ਇਸ ਨੂੰ ਇੱਦਾਂ ਨਾ ਲੈਣਾ, 30 ਜਾਂ 33 ਸਾਲ, 3 ਸਾਲ ਉਹਨੇ ਆਪਣਾ ਵਰਕ ਕੀਤਾ ਦੁਨੀਆ ਦੇ ਉੱਤੇ, ਰੱਬ ਨੇ ਉਹਨੂੰ ਭੇਜਿਆ ਸੀ। ਤੇ ਜਦੋਂ ਮਰਿਆ 3 ਸਾਲ ਬਾਅਦ, 3 ਦਿਨਾਂ ਬਾਅਦ ਜਿਹੜਾ ਉਹ ਜੀ ਉੱਠਿਆ, ਉਹਦਾ ਮੀਨਿੰਗ ਇਹ ਸੀ ਕਿ ਉਸਨੇ ਦੁਨੀਆ ਦੇ ਉੱਤੇ ਇੱਕ ਪਵਿੱਤਰ ਆਤਮਾ ਦਿੱਤਾ ਆਪਣਾ, ਜਿਹੜਾ ਕਿ ਦੁਨੀਆ ਨੂੰ ਜ਼ਰੂਰਤ ਸੀ। ਲੇਕਿਨ ਰਾਜਨੀਤਿਕ ਲੋਕਾਂ ਨੇ ਉਸ ਨੂੰ ਕ੍ਰਿਸਚੈਨਿਟੀ ਦਾ ਨਾਮ ਦੇ ਦਿੱਤਾ। ਜਿਹੜਾ ਮਸੀਹ ਸ਼ਬਦ ਆ, ਮਸੀਹ ਦਾ ਮਤਲਬ ਹੈਗਾ ਆ ਮੱਸਾ ਕੀਤਾ ਹੋਇਆ। ਮੱਸਾ ਦਾ ਮਤਲਬ ਅੱਜ ਦੀ ਭਾਸ਼ਾ ਦੇ ਵਿੱਚ ਜਿਹੜਾ ਅਸੀਂ ਅਨੁਆਇੰਟ ਕਹਿੰਦੇ ਆ, ਜਾਂ ਇਨੀਸ਼ੀਏਸ਼ਨ ਕਹਿੰਦੇ ਆ, ਜਾਂ ਦੀਕਸ਼ਾ ਕਹਿੰਦੇ ਆ ਹਿੰਦੀ ਦੇ ਵਿੱਚ, ਜਾਂ ਅਟਿਊਨਮੈਂਟ ਕਹਿੰਦੇ ਆ ਰੇਕੀ ਦੇ ਵਿੱਚ, ਉਹਦਾ ਮੀਨਿੰਗ ਇੱਕੋ ਹੀ ਆ, ਲੇਕਿਨ ਸ਼ਬਦ ਅਲੱਗ-ਅਲੱਗ ਨੇ। ਮੀਨਿੰਗਸ ਹਰੇਕ, ਜੇ ਅਸੀਂ ਉਹ ਸ਼ਬਦ ਲਈਏ ਤਾਂ ਉਹਦਾ ਮੀਨਿੰਗ ਇੱਕੋ ਹੀ ਆ, ਜਿਹੜਾ ਕਿ ਪਰਮਾਤਮਾ ਤੋਂ ਮੱਸਾ ਪ੍ਰਾਪਤ ਕੀਤਾ ਹੋਇਆ, ਪਰਮਾਤਮਾ ਤੋਂ ਖੁਦ ਉਹਦੇ ਅੰਦਰ ਇੱਕ એનર્ਜੀ ਦਿੱਤੀ ਗਈ ਹੈ, ਉਹਨੂੰ ਪਵਿੱਤਰ ਆਤਮਾ ਦਿੱਤਾ ਗਿਆ ਵਾ। ਤੇ ਉਹ ਉਸ ਤਰ੍ਹਾਂ ਉਸ ਚੀਜ਼ ਦੇ ਨਾਲ ਮੈਂ ਇਲਾਜ ਕਰਦਾ। ਅੱਛਾ, ਤੁਸੀਂ ਪੜ੍ਹੇ ਲਿਖੇ ਹੋ, ਤੁਸੀਂ ਸਾਇੰਸ ਨਾਲ ਵੀ, ਤੁਸੀਂ ਸਾਇੰਸ ਪੜ੍ਹੀ ਵੀ ਹੈ, ਅਤੇ ਤੁਸੀਂ ਜਿਹੜਾ ਹੈਗਾ ਨਿਰੰਕਾਰੀ ਮਿਸ਼ਨ ਨਾਲ, ਤੁਸੀਂ ਖੁਦ ਹੀ ਕਿਹਾ ਕਿ ਮੈਂ ਨਿਰੰਕਾਰੀ ਮਿਸ਼ਨ ਨਾਲ ਵੀ ਕਾਫੀ ਸਮੇਂ ਤੋਂ ਜੁੜੇ ਰਹੇ ਹਾਂ। ਤਾਂ ਕੀ ਤੁਹਾਨੂੰ ਲੱਗਦਾ ਵੀ ਇਹ ਜਿਹੜਾ ਹੈਗਾ ਸੰਭਵ ਹੋਊਗਾ ਵੀ ਗੱਲਾਂ ਨਾਲ ਕਿਸੇ ਦਾ ਇਲਾਜ ਹੋਣਾ, ਜਾਂ ਕਿਸੇ ਦੇ ਉਹ ਮਤਲਬ ਦਵਾਈਆਂ ਦਾ ਜਿਹੜਾ ਹੈਗਾ ਵੀ ਜਿਹੜੀ ਚੀਜ਼ ਨਾਲ ਦਵਾਈਆਂ ਨਾਲ ਹੀ ਆਰਾਮ ਆਉਣਾ, ਅਤੇ ਉਹ ਬਿਨਾਂ ਦਵਾਈਆਂ ਤੋਂ ਆਰਾਮ ਆ ਸਕਦਾ? ਜੀ ਬਿਲਕੁਲ ਇਹ ਸੰਭਵ ਆ। ਦੇਖੋ, ਗੱਲਾਂ ਨਾਲ, ਜਿਹੜੀ ਗੱਲਾਂ ਦੀ ਅਸੀਂ ਗੱਲ ਕਰਦੇ ਹਾਂ, ਉਹ ਸਾਈਕੋਲੋਜੀਕਲੀ ਅਸੀਂ ਉਸ ਨੂੰ ਟਰੀਟ ਕਰਦੇ ਹਾਂ, ਲੇਕਿਨ ਇਹਦੇ ਵਿੱਚ ਅਸੀਂ ਗੱਲਾਂ ਵੀ ਕਰਦੇ ਹਾਂ ਤੇ ਨਾਲ ਦੀ ਨਾਲ ਅਸੀਂ ਉਸ ਨੂੰ ਜਿਹੜੀ ਇਹ ਇੱਕ ਟੈਕਨੀਕ ਹੈ, ਸਾਇੰਟੀਫਿਕਲੀ ਟੈਕਨੀਕ ਹੈ। ਸਪੋਜ਼ ਕਰੋ ਕਿਸੇ ਦਾ ਸਿਰ ਦੁਖ ਰਿਹਾ, ਅਸੀਂ ਉਸ ਨੂੰ ਕਰੋਸੀਨ ਜਾਂ ਕੋਈ ਹੋਰ ਸਿਰ ਦਰਦ ਦੀ ਮੈਡੀਸਨ ਦਿੰਦੇ ਆ, ਉਹ ਮੈਡੀਸਨ ਉਹਦੇ ਪੇਟ ਦੇ ਅੰਦਰ ਜਾਂਦੀ ਆ, ਉੱਥੇ ਕੀ ਹੁੰਦਾ, ਇੱਕ એનર્ਜੀ ਕ੍ਰੀਏਟ ਹੁੰਦੀ ਆ। ਉਹ એનર્ਜੀ ਕ੍ਰੀਏਟ ਜਿਹੜੀ ਹੋਈ, ਉਹ ਸਿੱਧਾ ਸਾਡੇ ਦਿਮਾਗ ਨੂੰ ਚਲੇਗੀ, ਸਿਰ ਸਾਡਾ ਠੀਕ ਹੋ ਗਿਆ। ਕੁਝ ਬਿਮਾਰੀਆਂ ਇੱਦਾਂ ਦੀਆਂ ਨੇ ਜਿਹੜੀਆਂ ਦਵਾਈ ਵੀ ਅਸੀਂ ਖਾ ਰਹੇ ਹਾਂ, ਲੇਕਿਨ ਉਹ ਠੀਕ ਨਹੀਂ ਹੋ ਰਹੀਆਂ। ਉਹਦਾ ਕਾਰਨ ਕਈ ਵਾਰੀ ਸਾਡੇ ਪਿਛਲੇ ਕਰਮ ਹੁੰਦੇ ਨੇ। ਕ੍ਰਿਸਚੈਨਿਟੀ ਦੇ ਵਿੱਚ ਪਿਛਲੇ ਜਨਮ ਨੂੰ ਮੰਨਿਆ ਨਹੀਂ ਜਾਂਦਾ, ਜਿੰਨਾ ਕੁ ਮੈਂ ਸੁਣਿਆ, ਲੇਕਿਨ ਜਦ ਤੱਕ ਪਿਛਲੇ ਜਨਮ ਨੂੰ ਮੰਨਿਆ ਨਹੀਂ ਜਾ ਸਕਦਾ, ਅਸੀਂ ਅੱਜ ਦੇ ਜਨਮ ਨੂੰ ਵੀ ਨਹੀਂ ਮੰਨਾਂਗੇ। ਜੋ ਮੈਂ ਸੁਣਨ ਦੇ ਵਿੱਚ ਆਇਆ ਜਾਂ ਜਿੰਨਾ ਕੁ ਮੈਂ ਦੇਖਿਆ, ਮੈਨੂੰ ਸਿਰਫ ਹਾਲੇ 2 ਸਾਲ ਹੀ ਹੋਏ ਨੇ। 1/1/2020 ਨੂੰ ਮੈਂ ਬੈਪਟਿਜ਼ਮ ਲਿਆ, ਅਤੇ 20 ਅਪ੍ਰੈਲ ਨੂੰ ਮੈਂ ਪਾਸਟਰ ਬਣਿਆ, ਜਿਹਨੂੰ ਅਸੀਂ ਪਾਸਟਰ ਦਾ ਨਾਮ ਦੇ ਸਕਦੇ ਹਾਂ, ਜਾਂ ਕਹਿ ਲਓ ਇਸ ਲਾਈਨ ਦੇ ਵਿੱਚ ਮੈਂ ਪੂਰਾ ਪ੍ਰੋਪਰ ਵੇ ਦੇ ਵਿੱਚ ਆ ਗਿਆ। ਅਤੇ ਮੈਂ ਆਪਣੇ ਆਪ ਨੂੰ ਪਾਸਟਰ ਨਹੀਂ ਖਵਾਉਣਾ ਚਾਹੁੰਦਾ। ਜੇ ਮੈਂ ਪਾਸਟਰ ਖਵਾਊਂਗਾ ਤਾਂ
ਲੋਕਾਂ ਦਾ ਇਹ ਇੱਕ ਟੈਂਡੈਂਸੀ ਬਣ ਚੁੱਕੀ ਹੈ ਕਿ ਇਹਨੇ ਆਪਣਾ ਧਰਮ ਚੇਂਜ ਕਰ ਲਿਆ। ਇਸ ਕਰਕੇ ਮੈਂ ਮੈਂ ਬੜਾ ਸੋਚਿਆ ਕਿ ਮੈਂ ਆਪਣਾ ਨਾਮ ਕੀ ਰੱਖਾਂ, ਹੋਲਿਸਟਿਕ ਗ੍ਰੈਂਡ ਮਾਸਟਰ। ਫਿਰ ਮੈਂ ਇਹਦੇ ਉੱਤੇ ਆਇਆ। ਹੁਣ ਜਿਹੜਾ ਹੋਲਿਸਟਿਕ ਗ੍ਰੈਂਡ ਮਾਸਟਰ, ਮੈਂ ਇਹਦੀ ਪਰਿਭਾਸ਼ਾ ਪਹਿਲਾਂ ਹੀ ਦੇ ਚੁੱਕਿਆ ਵਾਂ ਕਿ ਜਦੋਂ ਅਸੀਂ ਸਾਇੰਟੀਫਿਕਲੀ, ਹੁਣ ਮੈਂ ਤੁਹਾਨੂੰ ਦੱਸਣ ਲੱਗਿਆ, ਜਦੋਂ ਅਸੀਂ ਇੱਕ ਮਾਈਂਡ, ਸਬਕੌਂਸ਼ੀਅਸ ਮਾਈਂਡ ਦੂਸਰੇ ਸਬਕੌਂਸ਼ੀਅਸ ਮਾਈਂਡ ਦੇ ਨਾਲ ਰਿਲੇਟ ਕਰਦਾ ਆ, ਅਟੈਚ ਹੁੰਦਾ ਆ, ਤੇ ਉਹ ਇੱਕ ਪੁਲ ਬਣ ਜਾਂਦਾ ਵਾ। ਉਹ ਜਦੋਂ ਇੱਕ ਪੁਲ ਬਣਦਾ ਆ, ਉਹਦੇ ਵਿੱਚ એનર્ਜੀਜ਼ ਪਾਸ ਅਸੀਂ ਕਰਦੇ ਆ। ਉਹਦੇ ਵਿੱਚ ਜਦੋਂ એનર્ਜੀ ਪੋਜ਼ਿਟਿਵ, ਮੈਂ એનર્ਜੀ ਪਾਸ ਕਰ ਦਿੱਤੀ, ਇਟ ਮੀਨਸ ਕਿ ਉਧਰੋਂ ਮੈਨੂੰ ਨੈਗੇਟਿਵ એનર્ਜੀ ਆਏਗੀ। ਇਹ ਗਿਵ ਐਂਡ ਟੇਕ ਹੋ ਗਿਆ। ਜਦੋਂ ਨੈਗੇਟਿਵ એનર્ਜੀ ਆਏਗੀ, ਜੇ ਮੇਰੇ ਕੋਲ ਉਹ ਪਾਵਰ ਨੈਗੇਟਿਵ એનર્ਜੀ ਨੂੰ ਖਤਮ ਕਰਨ ਦੀ ਹੈਗੀ ਆ, ਫਿਰ ਤਾਂ ਮੇਰਾ ਇਹ ਕੰਮ ਬਹੁਤ ਵਧੀਆ ਚੱਲ ਜੂਗਾ। ਫਿਰ ਉਹ ਜਿਹੜਾ ਜਿਸ ਸ਼ਖਸ ਨੂੰ ਮੈਂ એનર્ਜੀ ਦੇ ਰਿਹਾ, ਉਹ ਤਾਂ ਠੀਕ ਹੋ ਜਾਏਗਾ, ਲੇਕਿਨ ਮੈਂ ਆਪ ਬਿਮਾਰ ਹੋ ਜਾਊਂਗਾ ਜੇ ਮੇਰੇ ਕੋਲ ਉਹ ਪਾਵਰ ਨਹੀਂ ਹੈਗੀ। ਹੁਣ ਰੇਕੀ ਦੇ ਵਿੱਚ ਉਹ ਪਾਵਰ ਨਹੀਂ ਹੈਗੀ, ਮਹਾਅਭਿਸ਼ੇਕ ਦੇ ਵਿੱਚ ਉਹ ਪਾਵਰ ਹੈਗੀ ਆ। ਮਹਾਅਭਿਸ਼ੇਕ ਦੀ ਉਹਦੇ ਵਿੱਚ ਅੱਗ ਪੈਦਾ ਨਾਲ ਦੀ ਨਾਲ ਹੋ ਜਾਂਦੀ ਆ ਜਦੋਂ ਅਸੀਂ ਕਿਸੇ ਨੂੰ એનર્ਜੀ ਦਿੰਦੇ ਆ। ਜਦੋਂ ਉਹ ਅੱਗ ਪੈਦਾ ਹੁੰਦੀ ਆ, ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਕੁਝ ਜਿਹੜੀਆਂ ਚੀਜ਼ਾਂ ਹੁੰਦੀਆਂ ਸਾਡੇ ਪਿਛਲੇ ਕਰਮ ਦੀਆਂ ਹੁੰਦੀਆਂ ਨੇ। ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਕਈ ਵਾਰੀ ਅਸੀਂ ਮੂੰਹ ਦੇ ਵਿੱਚੋਂ ਕੱਢ ਦਿੰਦੇ ਆ ਕਿ ਬੰਦਾ ਮਰ ਜਾਵੇ। ਉਹ ਚਾਹੇ ਨਹੀਂ ਮਰਦਾ, ਲੇਕਿਨ ਉਹਦੇ ਉੱਤੇ ਇੱਕ એનર્ਜੀ ਕ੍ਰੀਏਟ ਹੋਊਗੀ। ਉਹ ਨੈਗੇਟਿਵ એનર્ਜੀ ਹੈ ਜਾਂ ਪੋਜ਼ਿਟਿਵ એનર્ਜੀ, ਉਹ ਕ੍ਰੀਏਟ ਹੋਊਗੀ ਉਹ। ਤੇ ਉਹ ਡੇ ਬਾਈ ਡੇ ਜੇ ਉਸ ਚੀਜ਼ ਨੂੰ ਸੋਚਦਾ ਰਹੂਗਾ, ਸਾਈਕੋਲੋਜੀਕਲ ਉਹਦੇ ਉੱਤੇ ਇਫੈਕਟ ਪੈਂਦਾ ਰਹੂਗਾ, ਤੇ ਉਹ એનર્ਜੀ ਆਟੋਮੈਟਿਕਲੀ ਉਸ ਨੂੰ ਮਰਨ ਵੱਲ ਲੈ ਜਾਏਗੀ। ਜੇ ਅਸੀਂ ਇੱਕ ਚੀਜ਼ ਬਾਰ-ਬਾਰ ਕਹਿੰਦੇ ਆ ਤੇ ਸਾਇੰਟੀਫਿਕਲੀ ਅਸੀਂ ਦੇਖਦੇ ਵੀ ਆ, ਤੇ ਲਾ ਆਫ ਅਟਰੈਕਸ਼ਨ ਇਹੀ ਆ ਕਿ ਅਸੀਂ ਉਸ ਨੂੰ ਖਿੱਚਣਾ ਸ਼ੁਰੂ ਕਰ ਦਿੰਦੇ ਆ। ਪੁਰਾਣੇ ਸਮਿਆਂ ਦੇ ਵਿੱਚ ਇੱਕ ਕਹਾਵਤ ਹੁੰਦੀ ਸੀ ਜਾਂ ਇੱਕ ਗੱਲ ਹੁੰਦੀ ਸੀ ਬਈ ਜਦੋਂ ਕੋਈ ਛਿੱਕ ਮਾਰਦਾ ਸੀ ਤੇ ਅਸੀਂ ਕਹੀਦਾ ਸੀ ਵੀ ਮੈਂ ਤੈਨੂੰ ਅੱਜ ਹੀ ਯਾਦ ਕੀਤਾ, ਜਾਂ ਉਹ ਬੰਦਾ ਆ ਕੇ ਖੜ ਜਾਂਦਾ ਸੀ ਕੋਲੇ। ਅੱਜ ਵੀ ਇਹ ਚੀਜ਼ ਹੁੰਦੀ ਆ, ਉਹ ਸਾਇੰਟੀਫਿਕਲੀ ਆ। ਉਹਦਾ ਕੀ ਕਾਰਨ ਬਣਿਆ ਕਿ ਸਪੋਜ਼ ਕਰੋ ਮੈਂ ਅੱਜ ਆਪਣੇ ਬ੍ਰਦਰ ਨੂੰ ਯਾਦ ਕੀਤਾ ਆ, ਠੀਕ ਆ, ਉਹ ਇਟ ਮੀਨਸ ਕਿ ਜਿਹੜੀ ਮੇਰੀ એનર્ਜੀ ਆ ਜਾਂ ਜਿਹੜੀ ਮੇਰੀ ਭਾਵਨਾ ਆ, ਉਹ ਸਬਕੌਂਸ਼ੀਅਸ ਮਾਈਂਡ ਦੇ ਥਰੂ ਉਹਦੇ ਤੱਕ ਪਹੁੰਚ ਚੁੱਕੀ ਆ, ਤੇ ਉਹਦੀ ਵੀ ਜਿਹੜੀ એનર્ਜੀ ਆ ਸਬਕੌਂਸ਼ੀਅਸ ਮਾਈਂਡ ਦੇ ਥਰੂ ਮੇਰੇ ਤੱਕ ਪਹੁੰਚ ਚੁੱਕੀ ਆ। ਜਾਂ ਤਾਂ ਮੈਂ ਉਹਨੂੰ ਕਾਲ ਕਰੂੰਗਾ, ਜਾਂ ਉਹ ਮੈਨੂੰ ਉਸੇ ਸਮੇਂ ਮੈਨੂੰ ਕਾਲ ਆ ਜਾਊਗੀ, ਜਾਂ ਕਿਸੇ ਢੰਗ ਦੇ ਨਾਲ ਉਹਦਾ ਮੈਨੂੰ ਕੋਈ ਮੈਸੇਜ ਆ ਜਾਊਗਾ। ਉਹਦਾ ਮੀਨਿੰਗ ਕੀ ਹੋਇਆ, ਇਸ ਬ੍ਰਹਿਮੰਡ ਦੇ ਵਿੱਚ ਜਿੰਨੀਆਂ એનર્ਜੀਜ਼ ਚੱਲ ਰਹੀਆਂ ਨੇ, ਚਾਹੇ ਉਹ ਪੋਜ਼ਿਟਿਵ ਹੈ ਜਾਂ ਨੈਗੇਟਿਵ ਹੈ, ਉਹ ਸਾਡੇ ਉੱਤੇ ਡਿਪੈਂਡ ਕਰਦਾ ਆ ਕਿ ਅਸੀਂ ਉਸ ਨੂੰ ਕਿਵੇਂ ਯੂਜ਼ ਕਰਨਾ ਆ। ਜਦੋਂ ਅਸੀਂ ਸਬਕੌਂਸ਼ੀਅਸ ਟੂ ਸਬਕੌਂਸ਼ੀਅਸ ਰਿਲੇਟ ਕਰਦੇ ਆ ਜਾਂ ਇੱਕ ਦੂਜੇ ਦੇ ਨਾਲ ਜੁੜਦੇ ਆ, ਤੇ ਉਹ ਜਿਹੜੀ એનર્ਜੀ ਹੁੰਦੀ ਆ ਉਹ ਸਾਨੂੰ ਦੱਸ ਦਿੰਦੀ ਆ ਕਿ ਕਿਹੜਾ ਸਾਨੂੰ ਯਾਦ ਕਰ ਰਿਹਾ ਵਾ, ਕਿਸ ਢੰਗ ਦੇ ਨਾਲ ਯਾਦ ਕਰ ਰਿਹਾ ਵਾ, ਤੇ ਉੱਥੋਂ ਸਾਨੂੰ ਪਤਾ ਲੱਗ ਜਾਂਦਾ। ਉਹ ਉਸੇ ਢੰਗ ਦੇ ਨਾਲ ਇਹ ਜਿਹੜੀਆਂ ਡਿਜ਼ੀਜ਼ਜ਼ ਨੇ ਉਹ ਠੀਕ ਹੁੰਦੀਆਂ ਨੇ। ਉਹਨੂੰ એનર્ਜੀ ਦਿੱਤੀ ਜਾਂਦੀ ਆ, ਬਕਾਇਦਾ ਉਹਦੇ ਉੱਤੇ ਵਰਕ ਕੀਤਾ ਜਾਂਦਾ ਵਾ। ਮੈਂ ਰੋਜ਼ ਆਪਣੇ ਜਿਹੜੇ ਮੇਰੇ ਅੱਜ ਦੀ ਡੇਟ ਦੇ ਵਿੱਚ ਮੇਰੇ ਕੋਲ ਕਲਾਇੰਟਸ ਚੱਲ ਰਹੇ ਆ, 2.5 ਘੰਟੇ ਤੋਂ ਵੱਧ ਉਹਨਾਂ ਨੂੰ ਮੈਂ ਜਦੋਂ ਹੀਲ ਕਰਦਾ ਆ, ਤੇ ਉਹ ਹੀਲ ਹੋ ਰਹੇ ਨੇ। ਮੈਂ ਲਾਸਟ 2002 ਦੇ ਵਿੱਚ, ਮੈਂ ਜਿੱਦਾਂ ਪਹਿਲਾਂ ਦੱਸਿਆ ਕਿ ਮੈਂ ਰੇਕੇ ਦੀ ਅਟਿਊਨਮੈਂਟ ਲਿੱਤੀ ਸੀ, 20 ਸਾਲ ਮੈਨੂੰ ਹੋ ਗਏ ਇਸ ਲਾਈਨ ਦੇ ਵਿੱਚ ਜਾਂ ਇਸ ਮਿਸ਼ਨ ਦੇ ਵਿੱਚ। ਤੇ ਮੈਂ ਇਸ ਨੂੰ ਚਾਹੁੰਦਾ ਹੈ ਕਿ ਲੋਕ ਵੀ ਇਸ ਚੀਜ਼ ਨੂੰ ਸਿੱਖ ਕੇ ਇਹ ਧਰਮ ਦੇ ਵਿੱਚ ਨਾ ਜਾਣ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇਹ ਕਹਿਣਾ ਚਾਹੁੰਦਾ ਆ, ਧਰਮ ਦੇ ਵਿੱਚ ਨਾ ਜਾਣ, એનર્ਜੀ ਨੂੰ ਅਡਾਪਟ ਕਰਨ। એનર્ਜੀ ਜਦੋਂ ਅਸੀਂ એનર્ਜੀ ਦੇ ਉੱਤੇ ਗੱਲ ਕਰਾਂਗੇ ਧਰਮ ਦਾ, ਕਿਉਂਕਿ એનર્ਜੀ ਆਪਣੇ ਆਪ ਦੇ ਵਿੱਚ ਇੱਕ ਅਦਭੁਤ ਪਾਵਰ ਆ, ਤੇ ਜਿਹੜੀ ਅਦਭੁਤ ਪਾਵਰ ਹੈ ਜਿਹੜੀ ਪਰਮਾਤਮਾ ਵੱਲੋਂ ਆ, ਪਰਮਾਤਮਾ ਦਾ ਤਾਂ ਕੋਈ ਉਹ ਕਿਸੇ ਧਰਮ ਦੇ ਵਿੱਚ ਹੈ ਹੀ ਨਹੀਂ। ਇਸ ਕਰਕੇ ਇਹ ਜਿਹੜਾ ਇਲਾਜ ਆ ਇਹ ਸੰਭਵ ਆ ਜੀ। ਹੁਣ ਤੱਕ ਤੁਸੀਂ ਕਿੰਨੇ ਕੁ ਲੋਕਾਂ ਦਾ ਜਿਹੜਾ ਇਲਾਜ ਕਰ ਚੁੱਕੇ ਹੋ, ਜਾਂ ਟਰੀਟਮੈਂਟ ਤੁਹਾਡਾ ਚਾਹੇ ਤੁਸੀਂ ਕਿਵੇਂ ਵੀ ਦਿੰਦੇ ਹੋ ਟਰੀਟਮੈਂਟ, ਹੁਣ ਤੱਕ ਕਿੰਨੇ ਕੁ ਲੋਕਾਂ ਨੂੰ ਤੁਹਾਡੇ ਜ਼ਰੀਏ ਆਪਣੇ ਦੁੱਖਾਂ ਦਰਦਾਂ ਤੋਂ ਨਿਵਰਤੀ ਮਿਲ ਚੁੱਕੀ ਆ? ਦੇਖੋ ਜੀ, ਇਹ ਤਾਂ ਮੈਂ ਕੁਝ ਕਹਿ ਨਹੀਂ ਸਕਦਾ। 2002 ਤੋਂ ਲੱਗਿਆ ਹੋਇਆ, ਤੇ ਕੁਝ ਪੀਰੀਅਡ 4-5 ਸਾਲ ਦਾ ਪੀਰੀਅਡ ਮੈਂ ਇਹ ਨਹੀਂ ਵੀ ਕੀਤਾ ਸੀ। ਉਸ ਤੋਂ ਪਹਿਲਾਂ ਮੈਂ ਰੇਕੀ ਹੀ ਕਰਦਾ ਰਿਹਾ। 2020 ਤੋਂ ਮੈਂ ਇਸ ਨੂੰ ਹੁਣ ਦੁਬਾਰਾ ਸ਼ੁਰੂ ਕੀਤਾ ਆ। ਮੈਂ ਚਾਹੁੰਦਾ ਕਿ ਕਾਫੀ ਲੋਕ ਮੇਰੇ ਕੋਲ ਠੀਕ ਹੋ ਕੇ ਗਏ ਨੇ, ਫੋਰਨ ਦੇ ਲੋਕ ਠੀਕ ਹੋਏ ਨੇ, ਇੱਥੋਂ ਬੈਠੇ ਬੈਠੇ ਮੈਂ ਠੀਕ ਕੀਤੇ ਨੇ। ਹੁਣ ਇੱਕ UK ਦਾ ਇੱਕ ਕੇਸ ਚੱਲ ਰਿਹਾ, ਬੜਾ ਅਦਭੁਤ ਕੇਸ ਚੱਲ ਰਿਹਾ। ਉਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੀ ਜਿਹੜੀ ਇੰਟਰਵਿਊ ਆ, ਹੋ ਸਕਦਾ ਹੈ ਕਿ BBC ਤੋਂ ਹੋਵੇ ਜਾਂ ਗ੍ਰਾਫਿਕ ਚੈਨਲ ਤੋਂ ਹੋਵੇ, ਜਾਂ ਜੋਗ੍ਰਾਫਿਕ ਚੈਨਲ ਤੋਂ ਹੋਵੇ। ਉਹਦੇ ਲਈ ਮੈਂ ਮਤਲਬ ਉਸ ਨੂੰ ਟਰੀਟਮੈਂਟ ਦੇ ਰਿਹਾ, ਜਿਹਦਾ ਲੰਡਨ ਦੇ ਵਿੱਚ ਉਹਦਾ ਡਾਕਟਰਸ ਉਸ ਨੂੰ ਇਹ ਕਹਿ ਚੁੱਕਿਆ ਵੀ ਤੇਰਾ ਇਲਾਜ ਕਿਤੇ ਨਹੀਂ ਹੈਗਾ, ਤੂੰ ਡੈਥ ਸਟੇਜ ਦੇ ਉੱਤੇ ਹੈਗਾ ਆ। 7 ਪੀੜ੍ਹੀਆਂ ਤੋਂ ਉਹਦੀਆਂ ਜਿਹੜੀਆਂ ਫੈਮਲੀਜ਼ ਨੇ ਉਹ ਇੱਦਾਂ ਹੀ ਡੈਥ ਉਹਨਾਂ ਦੀ ਹੁੰਦੀ ਆ ਰਹੀ ਆ। 91 ਦਾ ਉਹਦਾ
ਬਰਥ ਹੈ ਬੱਚੇ ਦਾ, ਤੇ ਉਹਦਾ ਇਲਾਜ ਚੱਲ ਰਿਹਾ। ਕਾਫੀ ਇਲਾਜ ਮੇਰੇ ਹੱਥੋਂ ਇਦਾਂ ਦੇ ਹੋਏ ਨੇ ਜਿਹੜੇ ਕਿ ਬਹੁਤ ਸਕਸੈਸਫੁਲ ਰਹੇ ਨੇ। ਕੁਝ ਇਲਾਜ ਕਈ ਵਾਰੀ ਮੈਂ ਇਸ ਚੀਜ਼ ਨੂੰ ਇਹ ਵੀ ਮੰਨਦਾ ਹਾਂ ਕਿ ਹੋ ਸਕਦਾ ਕਿ ਜਿਹੜੇ ਇਲਾਜ ਮੇਰੇ ਕੋਲ ਕੁਝ ਚੰਦ, ਜ਼ਿਆਦਾ ਨਹੀਂ, ਕੁਝ ਚੰਦ 2 ਜਾਂ 3 ਇਲਾਜ ਇੱਦਾਂ ਦੇ ਨਹੀਂ ਹੋਏ ਜਿਹੜੀ ਨੈਗੇਟਿਵਿਟੀ ਨੂੰ ਉਸ ਨੂੰ ਮੈਂ ਖ਼ਤਮ ਨਹੀਂ ਕਰ ਸਕਿਆ। ਉਹਦਾ ਕਾਰਨ ਹੀ ਇਹੀ ਸੀ ਕਿ ਮੇਰੇ ਕੋਲ ਜਿਹੜੀ ਪ੍ਰੋਪਰ એનર્ਜੀ ਸੀ ਉਹਦੇ ਵਿੱਚ ਉਹ ਮੈਨੂੰ ਬੈਕ ਮਾਰ ਰਹੀ ਸੀ ਤੇ ਮੈਨੂੰ ਕੰਮ ਨਹੀਂ ਸੀ ਕਰਨ ਦੇ ਰਹੀ। ਲੇਕਿਨ ਜੇ ਉਹ ਅੱਜ ਪੇਸ਼ੈਂਟ ਅੱਜ ਮੇਰੇ ਕੋਲ ਉਹ ਆਉਣ, ਜਾਂ ਉਸ ਕੈਲੀਬਰ ਦੇ, ਜਾਂ ਉਸ ਕੈਲੀਬਰ ਤੋਂ ਭਾਵ ਜਾਂ ਉੱਦਾਂ ਦੇ ਪੇਸ਼ੈਂਟ ਮੇਰੇ ਕੋਲ ਆਉਣ, ਅੱਜ ਮੈਂ ਪੂਰਾ, ਅੱਜ ਦੀ ਡੇਟ ਦੇ ਵਿੱਚ ਮੈਂ ਪੂਰਾ ਕੌਨਫੀਡੈਂਟ ਹਾਂ, 110% ਕੌਨਫੀਡੈਂਟ ਹਾਂ, ਮੇਰੇ ਕੋਲ ਕੋਈ ਨਿਰਾਸ਼ ਨਹੀਂ ਹੋ ਕੇ ਜਾਊਗਾ। ਸਾਡਾ ਲਾਸਟ ਸਵਾਲ ਹੈ, ਜੇ ਤੁਹਾਡੇ ਨਾਲ ਲੋਕਾਂ ਨੇ ਸੰਪਰਕ ਬਣਾਉਣਾ ਹੋਵੇ ਜਾਂ ਕਿਸੇ ਨੂੰ ਕੋਈ ਸਮੱਸਿਆ ਹੋਵੇ, ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੋਵੇ, ਕਿਸੇ ਨੇ ਤੁਹਾਡੇ ਨਾਲ ਸੰਪਰਕ ਬਣਾਉਣਾ ਹੋਵੇ ਤਾਂ ਉਹ ਕਿਵੇਂ ਬਣਾਵੇ, ਕਿੱਦਾਂ ਤੁਹਾਨੂੰ ਕਿੱਥੇ ਮਿਲੇ ਤੁਹਾਡਾ ਆਫਿਸ ਵਗੈਰਾ? ਜੀ, ਮੈਂ ਲੁਧਿਆਣਾ ਸ਼ਹੀਦ ਭਗਤ ਸਿੰਘ ਨਗਰ ਧਾਂਦਰਾ ਰੋਡ 'ਤੇ ਮੈਂ ਰਹਿੰਦਾ ਹਾਂ, ਅਤੇ ਮੇਰਾ ਜਿਹੜਾ ਫ਼ੋਨ ਨੰਬਰ ਆ ਉਹ ਤੁਸੀਂ ਨੋਟ ਕਰ ਸਕਦੇ ਹੋ, 88 376 49 007 8837649007, ਜਾਂ ਇਸ ਚੈਨਲ ਦੇ ਥਰੂ ਵੀ ਤੁਸੀਂ ਮੈਨੂੰ ਮਿਲ ਸਕਦੇ ਹੋ, ਮੇਰੇ ਨਾਲ ਰਾਬਤਾ ਕਰ ਸਕਦੇ ਹੋ, ਮੈਨੂੰ ਡਾਇਰੈਕਟ ਸਿੱਧੀ ਕਾਲ ਵੀ ਕਰ ਸਕਦੇ ਹੋ। ਪਰ ਜੇ ਤੁਸੀਂ ਇਸ ਚੈਨਲ ਦੇ ਥਰੂ ਮਿਲੋਗੇ ਤਾਂ ਤੁਹਾਨੂੰ ਜਲਦੀ ਮੈਂ ਮਿਲ ਸਕਦਾ ਹਾਂ, ਅਵੇਲੇਬਲ ਹੋ ਸਕਦਾ ਹਾਂ। ਸੋ ਦਰਸ਼ਕੋ, ਇਹ ਸਨ ਬਲਜੀਤ ਸਿੰਘ ਜੀ, ਲੁਧਿਆਣਾ ਵਾਲੇ ਕਹਿ ਸਕਦੇ ਆ ਇਹਨਾਂ ਨੂੰ, ਜਿਹੜੇ ਪਿਛਲੇ ਕਾਫੀ ਸਮੇਂ ਤੋਂ ਲੋਕਾਂ ਦੇ ਦੁੱਖਾਂ ਦਰਦਾਂ ਨੂੰ ਆਪਣੇ ਸ਼ਬਦਾਂ ਰਾਹੀਂ ਜਾਂ ਆਪਣੇ ਵਿਜ਼ਨ ਰਾਹੀਂ ਠੀਕ ਕਰਦੇ ਨੇ। ਉਹਨਾਂ ਦਾ ਬਿਨਾਂ ਕਿਸੇ ਦਵਾਈ ਦਿੱਤਿਆਂ ਉਹਨਾਂ ਨੂੰ ਆਪਣੇ ਸ਼ਬਦਾਂ ਰਾਹੀਂ ਜਾਂ ਆਪਣੇ ਕਿਸੇ એનર્ਜੀ ਰਾਹੀਂ ਠੀਕ ਕਰਦੇ ਨੇ। ਅਜਿਹਾ ਇੱਕ ਹੋਰ ਫੇਰ ਵੀਡੀਓ ਲੈ ਕੇ ਮਿਲਦੇ ਹਾਂ, ਤਦ ਤੱਕ ਲਈ ਮੈਨੂੰ ਜਾਣੀ ਕਿ ਪ੍ਰਗਟ ਸਿੰਘ ਰਾਜਾ ਨੂੰ ਦਿਓ ਇਜਾਜ਼ਤ। ਧੰਨਵਾਦ।